जून 1984 ऑपरेशन ब्लू स्टार। ऑपरेशन ब्लू स्टार बारे अजिहा की है ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ। ਦੇਖੋ ਸਾਡੀ ਵਿਸ਼ੇਸ਼ ਲੜੀ 'ਚ ऑपरेशन ब्लू स्टार अनकही दास्तान। ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਯਾਦਗਾਰਾਂ ਦੀ ਅਹਿਮੀਅਤ, ਲੋੜ ਅਤੇ ਸਿਆਸਤ ਮੌਜੂਦਾ ਦੌਰ ਦੇ ਉਹਨਾਂ ਸਵਾਲਾਂ ਵਿੱਚੋਂ ਹੈ ਜੋ ਲਗਾਤਾਰ ਚਰਚਾ ਵਿੱਚ ਆਉਂਦੇ ਰਹਿੰਦੇ ਨੇ। ਅੱਜ ਕੱਲ੍ਹ ਦਿੱਲੀ ਵਿੱਚ 1984 ਦੇ ਕਤਲੇਆਮ ਦੀ ਯਾਦਗਾਰ ਉਸਾਰਨ ਦਾ ਸਵਾਲ ਭਖਿਆ ਹੋਇਆ ਹੈ। ਇਸ ਯਾਦਗਾਰ ਦੇ ਕੀ ਮਾਇਨੇ ਨੇ? ਇਹ ਯਾਦਗਾਰ ਕਿਸ ਥਾਂ ਉੱਤੇ ਹੋਣੀ ਚਾਹੀਦੀ ਹੈ? ਕਿਸ ਰੂਪ ਵਿੱਚ ਹੋਣੀ ਚਾਹੀਦੀ ਹੈ? ਹੋਣੀ ਵੀ ਚਾਹੀਦੀ ਹੈ ਜਾਂ ਨਹੀਂ? ਇਹਨਾਂ ਸਾਰੇ ਸਵਾਲਾਂ ਉੱਤੇ ਸਿਆਸੀ ਪਾਲਾਬੰਦੀ ਤੋਂ ਬਾਹਰ ਨਿਕਲ ਕੇ ਕੋਈ ਚਰਚਾ ਹੋ ਸਕਦੀ ਹੈ ਜਾਂ ਨਹੀਂ? ਯਾਦਗਾਰ ਉਸਾਰਨ ਦੀ ਦਲੀਲ ਇਹੋ ਹੁੰਦੀ ਹੈ ਕਿ ਕਿਸੇ ਮੌਕੇ ਦੀਆਂ ਯਾਦਾਂ ਦੀ ਨੁਮਾਇੰਦਗੀ ਕਰਦੀ ਅਜਿਹੀ ਥਾਂ ਜੋ ਉਸ ਮੌਕੇ ਦੀ ਅਹਿਮੀਅਤ ਨੂੰ ਉਘਾੜ ਕੇ ਪੇਸ਼ ਕਰੇ। ਇਤਿਹਾਸ ਵਿੱਚ ਪ੍ਰਾਪਤੀਆਂ ਅਤੇ ਦੁੱਖਾਂ ਦੇ ਅਜਿਹੇ ਮੌਕੇ ਆਉਂਦੇ ਨੇ ਜੋ ਇਤਿਹਾਸ ਦਾ ਮੁਹਾਨ ਤੈਅ ਕਰਦੇ ਨੇ। ਇਹਨਾਂ ਮੌਕਿਆਂ ਦੀ ਨੁਮਾਇੰਦਗੀ ਕਈ ਵਾਰ ਵਿਅਕਤੀ ਕਰਦੇ ਨੇ ਅਤੇ ਕਈ ਵਾਰ ਸਮਾਜ। ਇਹਨਾਂ ਵਿਅਕਤੀਆਂ ਅਤੇ ਸਮਾਜਾਂ ਦੀ ਯਾਦ ਤਾਜ਼ਾ ਰੱਖਣ ਲਈ ਯਾਦਗਾਰਾਂ ਉਸਾਰੀਆਂ ਜਾਂਦੀਆਂ ਨੇ। ਇਮਾਰਤਾਂ, ਸੜਕਾਂ, ਸ਼ਹਿਰਾਂ ਅਤੇ ਪਿੰਡਾਂ ਦੇ ਨਾਮ ਇਹਨਾਂ ਦੇ ਨਾਵਾਂ ਉੱਤੇ ਰੱਖੇ ਜਾਂਦੇ ਨੇ। ਪਿਛਲੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ ਕਿ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਉਸਾਰੀ ਜਾਣੀ ਚਾਹੀਦੀ ਹੈ। ਇਸ ਚਰਚਾ ਵਿੱਚ ਕਈ ਨੁਕਤੇ ਉੱਭਰ ਕੇ ਸਾਹਮਣੇ ਆਏ ਨੇ। ਇਹ ਯਾਦਗਾਰ ਕਿਸ ਥਾਂ ਅਤੇ ਕਿਸ ਰੂਪ ਵਿੱਚ ਹੋਵੇ? ਕੀ ਫਿਰਕੂ ਫਸਾਦਾਂ ਵਿੱਚ ਮਾਰੇ ਗਏ ਸਮੂਹ ਲੋਕਾਂ ਦੀ ਸਾਂਝੀ ਯਾਦਗਾਰ ਵੀ ਹੋ ਸਕਦੀ ਹੈ? ਇਹੋ ਜਿਹੀ ਯਾਦਗਾਰ ਇਤਿਹਾਸ ਨੂੰ ਕਿਸ ਰੂਪ ਵਿੱਚ ਯਾਦ ਕਰਵਾਏਗੀ? ਕਿਹੋ ਜਿਹਾ ਸਬਕ ਸਿਖਾਉਣ ਦਾ ਸਬੱਬ ਬਣੇਗੀ? ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਤਜਵੀਜ਼ ਬਣਾਈ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਉਸਾਰੀ ਜਾਏ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਦਲੀਲ ਹੈ ਕਿ ਇਹ ਯਾਦਗਾਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਕਹਿਣਾ ਹੈ ਕਿ ਕਤਲੇਆਮ ਦੇ ਵਿੱਚ ਸ਼ਿਕਾਰ ਹੋਣ ਵਾਲੇ ਲੋਕ ਕਿਸੇ ਲੜਾਈ ਦਾ ਹਿੱਸਾ ਨਹੀਂ ਸਨ, ਪਰ ਬੇਕਸੂਰ ਪੀੜਤ ਜ਼ਰੂਰ ਨੇ। ਮਤਲਬ ਉਹ ਕਤਲ ਹੋਏ ਨੇ, ਸ਼ਹੀਦ ਨਹੀਂ। ਸਵਾਲ ਮੁੜ ਕੇ ਉਹ ਹੈ ਕਿ ਯਾਦਗਾਰ ਰਾਹੀਂ ਅਸੀਂ ਕੀ ਯਾਦ ਕਰਨਾ ਚਾਹੁੰਦੇ ਹਾਂ, ਕਿਉਂ ਯਾਦ ਕਰਨਾ ਚਾਹੁੰਦੇ ਹਾਂ ਅਤੇ ਕਿਵੇਂ ਯਾਦ ਕਰਨਾ ਚਾਹੁੰਦੇ ਹਾਂ। ਯਾਦਗਾਰਾਂ ਦੀ ਆਪਣੀ ਅਹਿਮੀਅਤ ਹੈ, ਯਾਦਗਾਰਾਂ ਦੀ ਸਿਆਸਤ ਵੀ ਹੈ ਤੇ ਅੱਜ ਕੱਲ੍ਹ ਯਾਦਗਾਰਾਂ ਦੀ ਮੰਡੀ ਵੀ ਹੈ। ਪੰਜਾਬ ਸਰਕਾਰ ਅਨੰਦਪੁਰ ਸਾਹਿਬ, ਚੱਪੜਚਿੜੀ ਅਤੇ ਕੁਪਰਹੀੜੇ ਵਰਗੀਆਂ ਇਤਿਹਾਸਿਕ ਯਾਦਗਾਰਾਂ ਬਣਾਉਂਦੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਾਨਸਾ ਵਿੱਚ ਗਾਈਆਂ ਦੀ ਯਾਦਗਾਰ ਉਸਾਰਨ ਦਾ ਐਲਾਨ ਵੀ ਕਰਦੇ ਨੇ। ਉਹਨਾਂ ਗਾਵਾਂ ਦੀ ਯਾਦਗਾਰ ਜੋ ਬੁੱਚੜਖਾਨੇ ਵਿੱਚ ਮਾਰੀਆਂ ਗਈਆਂ ਸਨ। ਪਿਛਲੇ ਦਿਨਾਂ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਯਾਦਗਾਰ ਚਰਚਾ ਵਿੱਚ ਰਹੀ ਹੈ ਅਤੇ ਹੁਣ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਬਾਬਤ ਚਰਚਾ ਹੋ ਰਹੀ ਹੈ। ਇਸ ਮਸਲੇ ਦੇ ਵੱਖ-ਵੱਖ ਪੱਖਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਬਲਵੰਤ ਸਿੰਘ ਰਾਮੂਵਾਲੀਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਦਿੱਲੀ ਦੇ ਮਾਮਲਿਆਂ ਦੇ ਇੰਚਾਰਜ ਨੇ, ਗੁਰਤੇਜ ਸਿੰਘ ਜੋ ਸਾਬਕਾ IAS ਅਫਸਰ ਨੇ, ਇੰਦਰਪ੍ਰੀਤ ਸਿੰਘ ਜੋ ਦੈਨਿਕ ਭਾਸਕਰ ਦੇ ਪੱਤਰਕਾਰ ਨੇ। ਇਸ ਤੋਂ ਬਿਨਾਂ ਸਾਡੇ ਨਾਲ ਜੁੜਨਗੇ ਜਸਵਿੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਰਾਮੂਵਾਲੀਆ ਜੀ, ਜਿਹੜੀ ਇਹ ਯਾਦਗਾਰ ਹੈ, ਇਹ ਤੁਸੀਂ ਫੈਸਲਾ ਕੀਤਾ ਕਿ ਰਕਾਬਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਉਸਾਰਨੀ ਹੈ, ਉੱਥੇ ਹੀ ਕਿਉਂ ਤੇ ਉਸ ਕਿਸ ਰੂਪ ਦੇ ਵਿੱਚ ਉਸਾਰਨੀ ਚਾਹੁੰਦੇ ਆ? ਇਹ ਯਾਦਗਾਰ ਦਿੱਲੀ ਪੱਛਮੀ ਦਿੱਲੀ ਦੇ ਮਿਊਨਿਸਪਲ ਕਾਰਪੋਰੇਸ਼ਨ ਨੇ ਦਸੰਬਰ ਵਿੱਚ ਮਨਜਿੰਦਰ ਸਿੰਘ ਸਰਸਾ ਦੀ ਬੇਨਤੀ ਉੱਤੇ ਇੱਕ ਪਾਰਕ ਵਿੱਚ ਉਸਾਰਨ ਲਈ ਪੂਰੀ ਤਿਆਰੀ ਕਰ ਲਈ ਸੀ। ਜ਼ਮੀਨ ਵੀ ਦੇ ਦਿੱਤੀ ਗਈ ਸੀ, ਤਿਆਰੀ ਵੀ ਕਰ ਲਈ ਸੀ, ਕਾਰਡ ਵੀ ਛਪ ਗਏ ਸਨ ਅਤੇ ਉਹਦੇ 'ਚ ਹਿੰਦੂ ਸਿੱਖ ਲੀਡਰਸ਼ਿਪ ਜਿਹੜੀ ਹੈ BJP ਦੀ ਵੀ, ਅਕਾਲੀ ਦਲ ਦੀ ਵੀ, ਦੂਜੇ ਵੀ, ਉਹਨਾਂ ਨੇ ਸ਼ਾਮਲ ਹੋਣਾ ਸੀ, ਮੈਂ ਵੀ ਸ਼ਾਮਲ ਹੋਣਾ ਸੀ। ਪਰ 24 ਘੰਟੇ ਪਹਿਲਾਂ ਉੱਥੇ ਪੁਲਿਸ ਆ ਗਈ, ਪੁਲਿਸ ਨੇ ਕਬਜ਼ਾ ਕਰ ਲਿਆ, ਮੰਚ ਲੱਗਣ ਨਹੀਂ ਦਿੱਤਾ ਅਤੇ ਬੰਦ ਕਰਤੀ। ਫਿਰ ਇਸ ਗੱਲ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਯਾਦਗਾਰ ਤਾਂ ਜ਼ਰੂਰ ਬਣਨੀ ਚਾਹੀਦੀ, ਕਿਉਂਕਿ ਦੋ ਤਿੰਨ ਗੱਲਾਂ ਹੈ, ਜੰਗਾਂ ਅਤੇ ਜਿੱਤਾਂ ਅਤੇ ਪ੍ਰਾਪਤੀਆਂ ਯਾਦਗਾਰ ਮੰਗ ਕਰਦੀਆਂ ਜੀ। ਦੁਨੀਆ ਭਰ ਵਿੱਚ ਕੋਈ ਜੰਗ ਜਿੱਤੀ ਗਈ ਹੋਵੇ ਅਤੇ ਉਹਦੇ ਵਿੱਚ ਜ਼ੁਲਮ ਨਾ ਹੋਇਆ ਹੋਵੇ, ਇਹ ਮੁਮਕਿਨ ਨਹੀਂ ਜੀ। ਸੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਕਤਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਐਲਾਨੀਆਂ ਜੀ ਸਿੱਖਾਂ ਦਾ ਕਤਲੇਆਮ ਸ਼ੁਰੂ ਕੀਤਾ ਜੀ। ਉਹ ਮਜ਼ਲੂਮ ਸਨ, ਦੁਨੀਆ ਭਰ ਵਿੱਚ
ਮਜ਼ਲੂਮਾਂ ਦੀਆਂ ਯਾਦਗਾਰਾਂ ਬਣੀਆਂ। ਜੀ ਕਨਸੈਂਟਰੇਸ਼ਨ ਕੈਂਪਾਂ 'ਚ ਯਹੂਦੀ ਮਾਰੇ ਗਏ, ਜੀ ਉਹਨਾਂ ਦੀਆਂ ਯਾਦਗਾਰਾਂ ਬਣੀਆਂ। ਡੈਨਮਾਰਕ ਤੇ ਸਵੀਡਨ ਦੇ ਬਾਰਡਰ ਉੱਤੇ ਜਿਹੜੇ ਕਤਲ ਹੋਏ ਉਹਨਾਂ ਦੀਆਂ ਯਾਦਗਾਰਾਂ ਬਣੀਆਂ। ਇਸ ਲਈ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਵੀ ਜਦੋਂ ਸਰਕਾਰ ਜਗ੍ਹਾ ਹੀ ਨਹੀਂ ਦਿੰਦੀ ਜੀ ਤਾਂ ਫਿਰ ਜਗ੍ਹਾ ਜਿੱਥੇ 3 ਸਿੱਖ ਕਤਲ ਹੋਏ ਸਨ ਜੀ 84 ਦੇ ਦੰਗੇ ਕਤਲਾਂ ਵਿੱਚ, ਸਿੱਖ ਵਿਰੋਧੀ ਕਤਲਾਂ 'ਚ, ਉਹ ਅੰਦਰ ਵੜਨ ਲੱਗੇ ਸੀ, ਕਤਲ ਕਰਤੇ ਸੀ। ਫਿਰ ਕੁਝ ਬਿਲਡਿੰਗ ਢਾਹ ਦਿੱਤੀ ਗਈ ਸੀ। ਫਿਰ ਇਹੋ ਜਗ੍ਹਾ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰੀਰ ਜਿਹੜਾ ਹੈ ਉਹ ਲੱਖੀ ਸ਼ਾਹ ਵਣਜਾਰਾ ਨੇ ਸੰਸਕਾਰ ਕੀਤਾ ਸੀ, ਤਾਂ ਵੀ ਸ਼ਹੀਦੀ ਨਾਲ ਜੁੜਿਆ। ਤੇ ਇੱਥੇ ਥੋੜ੍ਹੀ ਜਿਹੀ ਜਗ੍ਹਾ ਮੇਰੇ ਖਿਆਲ 200 ਗਜ਼ ਜਾਂ 300 ਗਜ਼, ਉਹਦੇ ਵਿੱਚ ਇੱਕ 22 ਫੁੱਟ ਉੱਚੀ ਇੱਕ ਯਾਦਗਾਰ ਉਹਨਾਂ ਕਿਉਂਕਿ ਉਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਜੁੜਿਆ ਹੋਇਆ ਜੁੜਿਆ ਹੋਇਆ। ਤੇ ਉਹਨੂੰ ਉਹਦੇ ਨਾਲ ਜੋੜ ਕੇ ਬਣਾਉਣਾ ਉੱਥੇ ਜਾਇਜ਼ ਰਹੇਗਾ? ਇਹ ਇੱਕ ਸਵਾਲ ਬਣਦਾ ਹੈ। ਇਹ ਕੋਈ ਇਸ ਤਰ੍ਹਾਂ ਹੈ, ਸ਼ਾਂਤਮਈ ਰਹਿੰਦਿਆਂ ਪਿਤਾ ਜੀ ਆਪਣੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜੀ ਸ਼ਹੀਦੀ ਪ੍ਰਾਪਤ ਕੀਤੀ ਸੀ, ਜੀ ਤੇ ਭਾਈ ਮਤੀ ਦਾਸ ਤੇ ਦਿਆਲਾ ਜੀ ਜੀ ਸ਼ਹੀਦ ਹੋਏ ਸਨ। ਜੀ। ਇਵੇਂ ਇਹ ਵੀ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਕਿ ਆਮ ਤੌਰ ਦੇ ਉੱਤੇ ਜਦੋਂ ਯਾਦਗਾਰ ਉਸਾਰੀ ਜਾਂਦੀ ਹੈ ਉੱਥੇ ਦੂਜੀ ਧਿਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਾਦ ਕੀਤਾ ਜਾਂਦਾ। ਕੀ ਉਸ ਯਾਦਗਾਰ ਦੇ ਉੱਤੇ ਦਰਜ ਕੀਤਾ ਜਾਏਗਾ ਕਿ ਜਿਵੇਂ ਤੁਸੀਂ ਕਿਹਾ ਕਿ ਸਿਆਸੀ ਪਾਰਟੀ ਕਾਂਗਰਸ ਦੀ ਸਰਪ੍ਰਸਤੀ ਦੇ ਵਿੱਚ ਉਸ ਵੇਲੇ ਇਦਾਂ ਹੋਇਆ? ਮੈਂ ਇਹ ਕਹਿੰਦਾ ਵੀ ਇਹ ਯਾਦਗਾਰ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤੁਸੀਂ ਗੱਲ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਗੱਲ ਕਰ ਰਹੇ ਹੋਣ, ਪਰਮਜੀਤ ਸਿੰਘ ਸਰਨਾ ਗੱਲ ਕਰ ਰਹੇ ਹੋਣ, ਤੇ ਸਿਆਸੀ ਰੰਗ ਕਿਉਂ ਨਹੀਂ ਮੇਰੀ ਦਿੱਤਾ ਰਹੇਗੀ ਗੱਲ। ਜਨਰਲ ਹਾਊਸ ਦੀ ਮੀਟਿੰਗ ਹੋਈ ਸੀ ਜੀ ਜਿਹਦੇ ਵਿੱਚ ਕੁਝ ਆਜ਼ਾਦ ਮੈਂਬਰ ਵੀ ਹਨ, ਜੀ ਕੁਝ ਸਰਦਾਰ ਪਰਮਜੀਤ ਸਿੰਘ ਸਰਨਾ ਨਾਲ ਜੁੜੇ ਮੈਂਬਰ ਵੀ ਹਨ, ਜੀ ਕੁਝ ਮੈਂਬਰ ਉਹਨਾਂ ਨੂੰ ਟੁੱਟ ਕੇ ਉਹਨਾਂ ਨੇ ਇੱਕ ਆਜ਼ਾਦ ਗਰੁੱਪ ਬਣਾ ਲਿਆ, ਜੀ ਉਹ ਵੀ ਸਨ। ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਵੀ ਸਨ, ਤੇ ਇੱਕ ਮੈਂਬਰ ਮਰਵਾਹਾ ਸਾਹਿਬ ਕਾਂਗਰਸ ਦੇ ਵੀ ਸਨ। ਜੀ ਇਸ ਲਈ ਸਾਰੀਆਂ ਧਿਰਾਂ ਨੇ ਮਿਲ ਕੇ ਸਰਬਸੰਮਤੀ ਨਾਲ ਇਹ ਮਤਾ ਜਿਹੜਾ ਪਾਸ ਕੀਤਾ ਵੀ ਯਾਦਗਾਰ ਬਣਨੀ ਚਾਹੀਦੀ ਹੈ। ਜੀ ਤਾਂ ਮੈਂ ਸਮਝਦਾ ਸਾਰੀਆਂ ਧਿਰਾਂ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਜਗ੍ਹਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵਿੱਚ ਜੀ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਸਾਡੇ ਨਾਲ ਜੁੜੇ ਹੋਏ ਨੇ ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਤੁਹਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਕਿਹਾ ਕਿ ਜਿਹੜੀ ਇਹ ਯਾਦਗਾਰ ਦੀ ਥਾਂ ਹੈ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਹੋਣੀ ਚਾਹੀਦੀ ਹੈ, ਤੇ ਰਾਮੂਵਾਲੀਆ ਸਾਹਿਬ ਨੇ ਆਪਣੀ ਦਲੀਲ ਦੇ ਦਿੱਤੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਯਾਦਗਾਰ ਬਣਨ ਦੀ ਗੱਲ ਚੱਲੀ ਹੈ, ਜੀ ਹੈਲੋ, ਹਾਂਜੀ ਹਾਂਜੀ, ਜਦੋਂ ਇਹ ਯਾਦਗਾਰ ਬਣਨ ਦੀ ਗੱਲ ਚੱਲੀ ਹੈ, ਜਦੋਂ ਇੱਥੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ 84 ਦੇ ਸਿੱਖਾਂ ਦੀ ਯਾਦਗਾਰ ਬਣ ਰਹੀ ਸੀ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਇੱਥੇ ਲੁਧਿਆਣੇ ਆਏ ਸੀ ਜੀ, ਤੇ ਉਹਨਾਂ ਨੂੰ ਪ੍ਰੈਸ ਨੇ ਸਵਾਲ ਕੀਤਾ ਸੀ ਵੀ ਤੁਸੀਂ ਵੀ ਦਿੱਲੀ ਦੇ ਵਿੱਚ ਸਿੱਖਾਂ ਦੀ ਯਾਦਗਾਰ ਬਣਾਓਗੇ, ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਰਕਾਰ ਤੋਂ ਜਗ੍ਹਾ ਲੈ ਕੇ ਅਸੀਂ ਕਿਸੇ ਗੁਰਦੁਆਰੇ ਵਿੱਚ ਨਹੀਂ ਬਣਾਵਾਂਗੇ। ਅਸੀਂ ਇਹ ਕਿਉਂਕਿ ਇੱਕ ਧਾਰਮਿਕ ਸਥਾਨ ਨੇ ਜਿੱਥੇ ਹਰ ਕੋਈ ਆਉਂਦਾ ਹੈ ਜੀ, ਤੇ ਜਿਹੜਾ ਇਹ ਦੰਗੇ ਹੋਇਆ ਜਿਹਦੇ ਵਿੱਚ ਸਿੱਖ ਮਾਰੇ ਗਏ ਨੇ, ਵੀ ਇਹ ਉਦੋਂ ਧਾਰਮਿਕ ਕੋਈ ਜੰਗ ਨਹੀਂ ਸੀ ਜਾਂ ਧਾਰਮਿਕ ਲੜਾਈ ਨਹੀਂ ਸੀ, ਜੀ ਇਹ ਤਾਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਤੇ ਅਸੀਂ ਕੋਈ ਬਾਹਰ ਲੈ ਕੇ ਵਧੀਆ ਜਗ੍ਹਾ ਤੇ ਇਸ ਦਾ ਕੋਈ ਬਣਾਵਾਂਗੇ। ਤੇ ਉਹਨਾਂ ਨੇ ਸਰਕਾਰ ਨੂੰ ਇਸ ਗੱਲ ਵਾਸਤੇ ਦਰਖਾਸਤ ਵੀ ਦਿੱਤੀ ਹੋਈ ਹੈ ਜੀ, ਜਗ੍ਹਾ ਲੈਣ ਵਾਸਤੇ, ਤੇ ਉਹ ਅੰਡਰ ਪ੍ਰੋਸੈਸ ਸੀ ਜੀ, ਤੇ ਸਰਕਾਰ ਉਹਨਾਂ ਨੂੰ ਜਗ੍ਹਾ ਦੇਣੀ ਵੀ ਚਾਹੁੰਦੀ ਸੀ। ਤੇ ਇਨ ਬਿਟਵੀਨ ਟਾਈਮ ਜਦੋਂ ਇਲੈਕਸ਼ਨਾਂ ਹੋ ਗਈਆਂ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਆ ਉਹ ਦਿੱਲੀ ਕਮੇਟੀ ਤੋਂ ਪਾਸੇ ਹੋ ਗਏ, ਤੇ ਉਸ ਤੋਂ ਬਾਅਦ ਜੀ। ਜਸਵਿੰਦਰ ਜੀ, ਇੱਕ ਜਿਹੜੀ ਤੁਹਾਡੀ ਦਲੀਲ ਦੇ ਵਿੱਚ ਇੱਕ ਥੋੜਾ ਜਿਹਾ ਖੱਪਾ ਹੈ, ਉਹ ਤੁਸੀਂ ਜਰਾ ਜੇ ਪੂਰ ਦਿਓ ਤੇ ਚੰਗਾ ਰਹੇਗਾ। ਉਹ ਇਹ ਹੈ ਕਿ ਤੁਸੀਂ ਇੱਕ ਪਾਸੇ ਕਿਹਾ ਕਿ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਤਾਂ ਕਿ ਕਿਉਂਕਿ ਸਾਰੇ ਲੋਕ ਆਉਂਦੇ ਨੇ ਇਸ ਕਰਕੇ ਯਾਦਗਾਰ ਨਹੀਂ ਉਸਾਰਨੀ, ਗੁਰਦੁਆਰਾ ਸਾਹਿਬ ਤੋਂ ਬਾਹਰ ਅਸੀਂ ਯਾਦਗਾਰ ਇਸ ਕਰਕੇ ਉਸਾਰਨੀ ਚਾਹੁੰਦੇ ਹਾਂ ਤਾਂ ਕਿ ਸਾਰੇ ਲੋਕ ਆ ਸਕਣ। ਇਹ ਮੈਨੂੰ ਕੁਝ ਸਮਝ ਨਹੀਂ ਆਈ ਗੱਲ। ਬਿਲਕੁਲ ਜੀ, ਦੇਖੋ ਪਤਾ ਕੀ ਹੈ, ਇਹ ਸਿੱਖਾਂ ਨਾਲ ਸੰਬੰਧਿਤ ਹੈ, ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗੀਆਂ। ਸਾਰੇ ਜਿਹੜੇ ਆਉਣ ਦਾ ਮਤਲਬ ਮੇਰਾ ਇਹ ਹੈ ਵੀ ਬਾਕੀ ਧਰਮਾਂ ਦੇ ਲੋਕ ਵੀ ਗੁਰੂ ਘਰ ਨਾਲ ਬਹੁਤ ਆਸਥਾ ਰੱਖਦੇ ਨੇ ਜੀ, ਔਰ ਜਿੱਥੋਂ ਤੱਕ ਜਿਹੜਾ 84 ਦੇ ਜਿਹੜੇ ਕਤਲੇਆਮ ਦੀ ਗੱਲ ਹੈ, ਇਹ ਸਿੱਖਾਂ ਦਾ ਕਤਲੇਆਮ ਹੋਇਆ ਸੀ, ਇਹਦੇ ਵਿੱਚ ਕੋਈ ਦੋ ਰਾਮ ਨਹੀਂ ਹਨ, ਪਰ ਉਹ ਕੋਈ ਧਾਰਮਿਕ ਲੜਾਈ ਨਹੀਂ ਸੀਗੀ, ਉਹ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਔਰ ਗੁਰਦੁਆਰਿਆਂ ਤੋਂ ਬਾਹਰ ਕੀਤਾ ਗਿਆ ਸੀ। ਔਰ ਗੁਰਦੁਆਰਿਆਂ ਦੇ ਵਿੱਚ ਉਸ ਸਮੇਂ ਇੰਨਾ ਨਹੀਂ ਸੀ ਹੋਇਆ ਜਦੋਂ ਕਿ ਬਾਹਰ ਹੋਇਆ ਸੀਗਾ। ਜੀ ਜਸਵਿੰਦਰ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਹੁਣੇ ਤੁਸੀਂ ਸਾਡੀ ਉਡੀਕ ਕਰਿਓ। ਗੁਰਤੇਜ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਆ ਜੀ ਕਿ ਭਾਸ਼ਾ ਦੇ ਕੋਈ ਅਰਥ ਹੁੰਦੇ ਆ, ਉਸ ਦੇ ਪਿੱਛੇ ਸੰਕਲਪ ਹੁੰਦੇ ਆ, ਕੌਮਾਂ ਦੇ ਇਤਿਹਾਸ ਹੁੰਦੇ ਆ ਜੀ। ਤਾਂ ਸਾਰੇ ਲੋਕਾਂ ਨੂੰ ਜਿਹੜੇ ਵੀ ਉਸ ਸਮੇਂ ਦੇ ਵਿੱਚ ਕਤਲ ਹੋਏ ਉਹਨਾਂ ਨੂੰ ਸ਼ਹੀਦ ਕਹਿਣਾ ਇਹ ਵਾਜਬ ਨਹੀਂ ਜੀ।
ਜਿਸ ਤਰ੍ਹਾਂ ਕਿ ਇੱਕ ਸ਼ਹੀਦੀ ਦੇ ਆਪਣੇ ਸੰਕਲਪ ਹੋਣਗੇ, 2-3 ਕੌਮਾਂ ਦੇ ਵੀ ਸ਼ਹੀਦੀ ਦੇ ਸੰਕਲਪ ਪਰ ਹੈ। ਜਿਵੇਂ ਪਰਮਜੀਤ ਸਿੰਘ ਸਰਨਾ ਹੋਣਾ ਨੇ ਕਿਹਾ ਕਿ ਉਹ ਬੰਦੇ ਬੇਕਸੂਰ ਸਨ, ਕਤਲ ਹੋਏ ਨੇ, ਉਹਨਾਂ ਨੂੰ ਪੀੜਤ ਤੇ ਕਿਹਾ ਜਾਏਗਾ, ਪਰ ਉਹਨਾਂ ਨੂੰ ਸ਼ਹੀਦ ਨਹੀਂ ਕਿਹਾ ਜਾਏਗਾ। ਪਹਿਲੀ ਗੱਲ ਤਾਂ ਇਹ ਕਹਿਣੀ ਹੈ ਮੈਂ ਜੀ ਕਿ ਸ਼ਹੀਦ ਦੇ ਆਪਣਾ ਸੰਕਲਪ ਹੈ ਜੀ, 2-3 ਕੌਮਾਂ ਦੇ ਵਿੱਚ ਇਹ ਸੰਕਲਪ ਹੈ ਔਰ ਉਹਨਾਂ ਦੇ ਆਪਣੇ ਮਿਆਰ ਹੋਣਗੇ, ਕਿਸ ਨੂੰ ਸ਼ਹੀਦ ਕਹਿਣਾ, ਕਿਸ ਨੂੰ ਨਹੀਂ ਕਹਿਣਾ ਜੀ। ਸੋ ਇਹ ਜਿਹੜਾ ਸਿੱਖੀ ਦੇ ਮਿਆਰ ਹੋਣਗੇ, ਉਹਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਸ਼ਹੀਦ ਕਹਿਣਾ ਬਹੁਤ ਮੁਸ਼ਕਲ ਹੈ ਜੀ। ਪਹਿਲੀ ਗੱਲ ਤਾਂ ਇਹ। ਦੂਸਰੀ ਗੱਲ ਮੈਂ ਇਹ ਕਹਿਣੀ ਹੈ ਕਿ ਜੇ ਇਹ ਯਾਦਗਾਰ ਬਣਨੀ ਹੈ ਜੀ, ਜੇ ਜਿਸ ਤਰ੍ਹਾਂ ਦਾ ਇਹ ਕਤਲੇਆਮ ਹੋਇਆ ਇਸ ਦੀ ਯਾਦਗਾਰ ਲਾਜ਼ਮੀ ਬਣਨੀ ਚਾਹੀਦੀ ਹੈ। ਹੁਣ ਰਾਮੂਵਾਲੀਆ ਸਾਹਿਬ ਨੇ ਕਿਹਾ ਜੀ ਉੱਥੇ ਜਿਊਜ਼ ਦੀ ਯਾਦਗਾਰ ਬਣੀ ਹੋਈ ਹੈ ਨਾਰਵੇ ਦੇ ਵਿੱਚ, ਦੂਸਰੀ ਜਗ੍ਹਾ ਯਾਦਗਾਰਾਂ ਬਣੀਆਂ, ਠੀਕ ਹੈ ਬਿਲਕੁਲ, ਲੇਕਿਨ ਉਹ ਯਾਦਗਾਰਾਂ ਕਿਸ ਕਿਸਮ ਦੀਆਂ ਬਣੀਆਂ ਹੋਈਆਂ? ਜੀ। ਮੈਂ ਇੱਕ ਮਿਊਜ਼ੀਅਮ ਦੇਖਿਆ ਅਮਰੀਕਾ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਰੇਲ ਦੇ ਡੱਬੇ ਜਿਨ੍ਹਾਂ ਦੇ ਵਿੱਚ ਉਹ ਜਿਊਜ਼ ਨੂੰ ਫੜ ਕੇ ਲਿਆਏ ਸਨ, ਉਹਨਾਂ ਦੇ ਕੱਪੜੇ, ਉਹਨਾਂ ਦਾ ਕਿਤਾਬਾਂ, ਜੋ ਵੀ ਉਹਨਾਂ ਦੇ ਕੋਲੇ ਸਮਾਨ ਸੀ, ਕੋਈ ਚੀਜ਼ਾਂ ਉਹ ਰੱਖੀਆਂ, ਯਾਦਗਾਰੀ ਸਮੱਗਰੀ ਉੱਥੇ ਰੱਖੀ, ਯਾਦਗਾਰੀ ਸਮੱਗਰੀ ਰੱਖੀ ਹੋਈ ਸੀ, ਜੀ। ਤਸਵੀਰਾਂ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਛਪੀਆਂ, ਖਬਰਾਂ, ਇਹ ਉਹ ਜੀ। ਸਾਰਾ ਸਮਾਨ, ਤਾਂ ਕਿ ਲੋਕ ਉੱਥੋਂ ਕੁਝ ਸਿੱਖ ਸਕਣ ਔਰ ਅਗਲੀਆਂ ਨਸਲਾਂ ਵਾਸਤੇ ਕੋਈ ਕਿਸੇ ਕਿਸਮ ਦੀ ਅਗਵਾਈ ਲੈ ਸਕਣ। ਜੀ। ਹੁਣ ਇੱਕ ਮਾਮੂਲੀ ਯਾਦਗਾਰ ਇੱਕ ਚਿੰਨ੍ਹ ਉਸਾਰ ਕੇ ਤਾਂ ਕੋਈ ਯਾਦਗਾਰ ਨਹੀਂ ਬਣਦੀ। ਜੀ। ਜਿਹੜੇ ਯਾਦਗਾਰ ਅੱਜ ਬਣਾਉਣਾ ਚਾਹੁੰਦੇ ਨੇ, ਇਹਨਾਂ ਨੂੰ ਇਹ ਪਹਿਲਾਂ ਚਾਹੀਦਾ ਸੀ ਕਿ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਨਾਂ ਥੇ ਔਰ ਸਾਰੀ ਉਹਨਾਂ ਦੀ ਹਿਸਟਰੀ ਟਰੇਸ ਕਰਦੇ ਔਰ ਦੱਸਦੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਨਾਲ ਉਹ ਬੇਕਸੂਰ ਸਨ ਤੇ ਕਿਵੇਂ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਹ ਸਾਰਿਆਂ ਤੋਂ ਵੱਡੀ ਯਾਦਗਾਰ ਉਹਨਾਂ ਦੀ ਹੋਣੀ ਸੀ। ਇਸ ਨੂੰ ਕੋਈ, ਇਸ ਪਾਸੇ ਕੋਈ ਧਿਆਨ ਨਹੀਂ। ਯਾਦਗਾਰ ਦੇ ਇਸ ਪੱਖ ਨੂੰ ਬਹੁਤ ਸਿਆਸੀ ਮੰਨਿਆ ਜਾ ਰਿਹਾ। ਰਾਮੂਵਾਲੀਆ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਇੱਕ ਵਾਰ ਮੈਂ ਇੰਦਰਪ੍ਰੀਤ ਹੋਣਾ ਨਾਲ ਗੱਲ। ਇੰਦਰਪ੍ਰੀਤ ਜੀ, ਕਿਉਂਕਿ ਤੁਸੀਂ ਉੱਥੇ ਦੇ, ਤੁਹਾਡਾ ਪਰਿਵਾਰ ਉੱਥੇ ਦਾ ਗਵਾਹ ਹੈ, ਤੁਸੀਂ ਉਹਨਾਂ ਦੇ ਪੀੜਤਾਂ 'ਚ ਸ਼ਾਮਲ ਹੋ, ਤੁਸੀਂ ਇਸ ਮਸਲੇ ਤੇ ਕੀ ਸੋਚਦੇ ਹੋ? ਅਮਿਤ ਜੀ, ਮੈਨੂੰ ਇਹ ਲੱਗਦਾ ਕਿ ਯਾਦਗਾਰ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਜੀ। ਕਿੱਥੇ ਹੋਏ, ਗੁਰਦੁਆਰਾ ਸਾਹਿਬ ਦੇ ਅੰਦਰ ਹੋਏ, ਬਾਹਰ ਹੋਏ, ਇਹ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ। ਇੱਕ ਤਾਂ ਮੈਨੂੰ ਇਹ ਲੱਗਦਾ ਕਿ ਮਤਲਬ ਸਾਨੂੰ ਖਾਸ ਤੌਰ 'ਤੇ ਕੋਈ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਯਾਦਗਾਰ ਦੇ ਰੂਪ 'ਚ ਲੈ ਕੇ ਆਉਣੇ ਚਾਹੀਦੇ, ਜਿਸ ਦਾ ਉਸ ਜਿਹੜੇ ਸਾਡੇ ਪੀੜਿਤ ਨੇ, ਫੋਰ ਐਗਜ਼ਾਮਪਲ ਮੈਂ ਆ ਜਾਂ ਮੇਰੇ ਪਰਿਵਾਰ ਹੈ, ਉਹਨਾਂ ਨੂੰ ਉਹਦਾ ਕੋਈ ਫਾਇਦਾ ਹੋਏ। ਮਤਲਬ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਆਇਆ ਸੀ, ਕਿਸ ਕਿਸਮ ਦੀ ਮੁੜ ਬਹਾਲੀ ਦੇ ਵਿੱਚ ਇਹ ਨਹੀਂ, ਮੈਂ ਇਹ ਚਾਹੁੰਦਾ ਕਿ ਜਿੰਨੇ ਵੀ ਉੱਥੇ ਪੀੜਿਤ ਨੇ, ਜਿਹੜੇ ਖਾਸ ਤੌਰ 'ਤੇ ਬਹੁਤ ਇਫੈਕਟਡ ਏਰੀਆਜ਼ ਨੇ, ਤੁਸੀਂ ਤਾਂ ਗਏ ਵੀ ਹੋਵੋਗੇ ਤਰਲੋਕਪੁਰੀ ਵਰਗੇ ਏਰੀਆ 'ਚ, ਤੁਸੀਂ ਅੱਜ ਜਾ ਕੇ ਦੇਖੋ, ਉਹਨਾਂ ਦੇ ਬੱਚੇ ਮਤਲਬ ਉਹ ਪੜ੍ਹਨ ਤੱਕ ਲਈ ਉਹਨਾਂ ਨੂੰ ਕੋਈ ਇੰਸਟੀਟਿਊਸ਼ਨ ਨਹੀਂ ਹੈਗਾ ਉਹਨਾਂ ਕੋਲੇ। ਅਸੀਂ ਇੱਥੇ ਯਾਦਗਾਰ ਬਣਾਵਾਂਗੇ, ਪੱਥਰਾਂ 'ਤੇ ਪੈਸਾ ਲਗਾ ਦਾਂਗੇ, ਉਹਦਾ ਕੀ ਫਾਇਦਾ ਹੋਣਾ? ਮੈਂ ਚਾਹੁੰਦਾ ਵੀ ਫਾਇਦਾ ਇਸ ਤਰ੍ਹਾਂ ਦਾ ਹੋਵੇ, ਕੋਈ ਇੰਸਟੀਟਿਊਸ਼ਨ, ਵੱਡਾ ਇੰਸਟੀਟਿਊਸ਼ਨ, ਬੇਸ਼ੱਕ ਉਹਨਾਂ ਦੀ ਇੱਕ ਯਾਦ 'ਚ ਬਣਾਤਾ ਜਾਏ, ਵੱਡਾ ਇੰਸਟੀਟਿਊਸ਼ਨ ਹੋਵੇ ਜਿਸ 'ਚ ਉਹ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਫਾਇਦਾ ਹੋਵੇ। ਉਹ ਤਾਂ ਵਿਚਾਰੇ ਅੱਜ ਵੀ ਪੜ੍ਹਨ ਤੋਂ ਬੇਕਾਰ ਨੇ। ਉੱਥੇ ਇੱਕ ਸਰਕਾਰੀ ਸਕੂਲ 8ਵੀਂ ਤੱਕ ਦਾ ਹੈਗਾ ਬਸ, ਉਹ 8ਵੀਂ ਤੋਂ ਬਾਅਦ ਬੱਚੇ ਕਿਤੇ ਜਾਂਦੇ ਹੀ ਨਹੀਂ। 8ਵੀਂ ਤੋਂ ਅੱਜ ਤੁਹਾਨੂੰ ਲੱਗਦਾ ਕਿ ਵੀ ਜਿਹੜੇ ਪੀੜਤਾਂ ਦੀ ਰਾਹਤ ਲਈ ਕੋਈ ਨਾ ਕੋਈ ਉੱਥੇ ਬੰਦੋਬਸਤ ਹੋਣਾ ਚਾਹੀਦਾ? ਉਹ ਹੈ ਵੀ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਹੋ ਜਿਹਾ ਉਪਰਾਲਾ ਕਰਨਾ ਹੈ ਤਾਂ ਉਹ ਇਸ ਕਿਸਮ ਦੇ ਉੱਤੇ ਕਰੇ, ਮਤਲਬ ਬਜਾਏ ਇੱਕ ਸਿੰਪਲ ਪੱਥਰ ਮਨਾਰ ਜੀ ਖੜੀ ਕਰ ਦੇਣਾ, ਇਹਦਾ ਕੋਈ ਮਤਲਬ ਨਹੀਂ ਹੈ। ਮੈਨੂੰ ਨਹੀਂ ਸਮਝ ਆਉਂਦਾ ਕਿ ਉਹਦਾ ਸਾਨੂੰ ਕੀ ਫਾਇਦਾ। ਬਿਲਕੁਲ ਸਪਸ਼ਟ ਹੋ ਗਈ ਹੈ। ਜਸਵਿੰਦਰ ਜੀ, ਸਾਡੇ ਦੋ ਪੈਨਲਿਸਟ ਖਾਸ ਤੌਰ ਤੇ ਗੁਰਤੇਜ ਹੋਣਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਤੁਸੀਂ ਇਤਿਹਾਸ ਦਾ ਕੋਈ ਸਬਕ ਉੱਥੇ ਦਰਜ ਨਹੀਂ ਕਰਦੇ ਕਿ ਅਸੀਂ ਇਹ ਸਬਕ ਇਸ ਘਟਨਾ ਤੋਂ ਸਿੱਖ ਰਹੇ ਹਾਂ, ਉਹ ਯਾਦਗਾਰ ਦੇ ਕੋਈ ਮਾਇਨੇ ਨਹੀਂ। ਤੇ ਦੂਜੇ ਪੈਨਲਿਸਟ ਨੇ ਸਾਡੇ ਇੰਦਰਪ੍ਰੀਤ ਜੀ, ਉਹਨਾਂ ਨੇ ਇਹ ਕਿਹਾ ਕਿ ਵੀ ਜਿੰਨੀ ਦੇਰ ਜਿਹੜੇ ਪੀੜਤ ਨੇ ਉਹਨਾਂ ਦੀ ਰਾਹਤ ਦਾ ਕੋਈ ਸਬਬ ਯਾਦਗਾਰ ਨਾਲ ਨਹੀਂ ਬਣਦਾ ਤੇ ਉਹਦੇ ਕੋਈ ਮਾਇਨੇ ਨਹੀਂ। ਇਹ ਦੋ ਸਵਾਲਾਂ ਨੂੰ ਤੁਸੀਂ ਕਿਵੇਂ ਸੰਬੋਧਿਤ ਹੋਣਾ ਚਾਹੋਗੇ? ਦੇਖੋ, ਮੈਂ ਬੜਾ ਕਲੀਅਰ ਹਾਂ। ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਹਿਸਟੋਰੀਕਲ ਗੱਲ ਹੈ। ਮੈਂ ਇੰਗਲੈਂਡ ਜਾ ਕੇ ਆਇਆ, ਸ਼ੇਕਸਪੀਅਰ ਦਾ ਘਰ ਵੀ ਦੇਖ ਕੇ ਆਇਆ। ਉਹਨਾਂ ਨੇ ਸਾਰੀਆਂ ਉਹਨਾਂ ਦੀਆਂ ਜਿੰਨੀਆਂ ਘਟਨਾਵਾਂ ਸੀ, ਜੋ ਉਹਨਾਂ ਦੇ ਨਾਲ ਸੰਬੰਧ ਸੀ, ਉਹਨਾਂ ਨੇ ਸਾਰੀਆਂ ਸਾਂਭ ਕੇ ਰੱਖੀਆਂ। ਪਰ ਇੱਥੋਂ ਦੇ ਹਾਲਾਤ ਕੁਝ ਹੋਰ ਤਰ੍ਹਾਂ ਦੇ ਨੇ ਜੀ, ਕਿਉਂਕਿ ਇਹਦੇ ਵਿੱਚ ਉਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਾਂਭਣਾ ਬਹੁਤ ਮੁਸ਼ਕਿਲ ਸੀਗਾ ਜੀ। ਤੇ ਇਹਦੇ ਵਾਸਤੇ ਪਰ ਜਿਹੜੀਆਂ ਘਟਨਾਵਾਂ ਦਾ ਮਸਲਾ ਹੈ ਉਹ ਇਮਾਰਤਾਂ ਨਾ ਸਾਂਭੀਆਂ ਜਾਣ, ਪਰ ਉਸ ਵੇਲੇ ਦੀਆਂ ਬਹੁਤ ਸਾਰੀਆਂ ਸਾਡੇ ਕੋਲ ਫੋਟੋਆਂ ਨੇ, ਤਮਾਮ ਕਿਸਮ ਦੀ ਸਮੱਗਰੀ ਹੈ, ਇਹਨਾਂ ਸਾਡੇ ਕੋਲ ਦਸਤਾਵੇਜ਼ ਨੇ, ਬਹੁਤ ਸਾਰੀਆਂ ਯਾਦਾਂ ਨੇ। ਮੇਰੀ ਗੱਲ ਪੂਰੀ ਹੋ ਲੈਣ ਦਿਓ, ਮੈਂ ਉਹਦੀ ਗੱਲ ਤੁਹਾਡੇ ਵਿਸ਼ੇ ਤੇ ਆ ਰਿਹਾ। ਮੈਂ ਇਸੇ ਕਰਕੇ ਬੇਨਤੀ ਕੀਤੀ ਸੀ ਵੀ ਉਸ ਛੋਟੀ ਜਗ੍ਹਾ ਦੇ ਵਿੱਚ ਇੱਕ ਸਿਰਫ ਇੱਕ ਮਨਾਰ ਬਣਾਉਣ ਨਾਲ
ਨਹੀਂ ਜਾਣਿਆ ਜਾ ਸਕਦਾ। ਉਹ ਤਾਂ ਸਿਰਫ ਇੱਕ ਸਮਾਰਕ ਬਣ ਗਈ ਤੇ ਆ ਕੇ ਲੋਕ ਦੇਖ ਕੇ ਚਲੇ ਜਾਣਗੇ, ਪਰ ਉਸ ਹਿਸਟਰੀ ਨੂੰ ਕਿਸ ਤਰ੍ਹਾਂ ਪਛਾਣਨਗੇ, ਕਿਵੇਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇਗਾ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਸੀ। ਇਸੇ ਕਰਕੇ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ 2 ਏਕੜ ਜ਼ਮੀਨ ਉਹਨਾਂ ਤੋਂ ਮੰਗੀ ਸੀ, ਔਰ ਉਹ ਪ੍ਰੋਸੈਸ ਸੀ ਉਹਦੇ ਵਿੱਚ ਉਹ ਜ਼ਮੀਨ ਸਰਕਾਰ ਦੇਣ ਨੂੰ ਤਿਆਰ ਸੀ। ਉਹ ਜ਼ਮੀਨ ਬਾਹਰ ਲੈ ਕੇ ਉਹਦੇ ਵਿੱਚ ਬੜਾ ਵੱਡਾ ਮਿਊਜ਼ੀਅਮ ਬਣਾਇਆ ਜਾ ਸਕਦਾ, ਜਿਹਦੇ ਨਾਲ ਉੱਥੇ ਦੀਆਂ ਫੋਟੋਆਂ ਲਾਈਆਂ ਜਾ ਸਕਦੀਆਂ ਨੇ, ਉਹਨਾਂ ਦੇ ਜਿਹੜੇ ਉੱਥੇ ਆਪਣੇ ਜਿਹੜੇ ਹੋਏ ਨੇ, ਜਿਨ੍ਹਾਂ ਦੇ ਨਾਲ ਹੋਇਆ ਸਾਰਾ ਕੁਝ, ਉਹਨਾਂ ਦੀ ਹਿਸਟਰੀ ਲਿਖੀ ਜਾ ਸਕਦੀ ਹੈ। ਕਿਹੜੇ ਏਰੀਏ ਦੇ ਵਿੱਚ ਕਿਵੇਂ ਗਲਾਂ ਵਿੱਚ ਟੈਪ ਪਾਏ ਗਏ, ਕਿਵੇਂ ਬੱਚਿਆਂ ਨੂੰ ਸਾੜਿਆ ਗਿਆ, ਕਿਸ ਤਰੀਕੇ ਨਾਲ ਧੀਆਂ ਭੈਣਾਂ ਦੀ ਬੇਅਦਬੀ ਕੀਤੀ ਗਈ, ਔਰ ਉਹਦੇ ਨਾਲ ਬੜੇ ਇੰਸਟੀਟਿਊਸ਼ਨ ਵੀ ਚਲਾਏ ਜਾ ਸਕਦੇ। ਮੈਂ ਦੂਸਰੇ ਭਾਈ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਉਹਦੇ ਵਿੱਚ ਸਕੂਲ ਕਾਲਜ ਵੀ ਬਣ ਸਕਦੇ ਉਹਦੇ ਨਾਲ, ਕਿਉਂਕਿ ਜਗ੍ਹਾ ਜ਼ਿਆਦਾ ਹੋਏਗੀ ਤੇ ਉਹਦੇ ਨਾਲ ਉੱਥੋਂ ਬੱਚੇ ਸਿੱਖਣਗੇ ਵੀ, ਉਹਨਾਂ ਨੂੰ ਪ੍ਰੇਰਿਤ ਵੀ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਕਿ ਸਾਡੇ ਬਜ਼ੁਰਗਾਂ ਦੀ ਯਾਦ ਵਿੱਚ ਬਣੀ ਹੋਈ ਯਾਦ ਹੈ, ਔਰ ਸਾਡੇ ਬਜ਼ੁਰਗਾਂ ਨੇ ਆਹ ਕਾਰਨਾਮੇ ਕਰਕੇ ਸਾਡੇ ਤੇ ਆ ਜ਼ੁਲਮ ਹੋਇਆ। ਤਾਂ ਹੀ ਜਿਹੜੀਆਂ ਕੌਮਾਂ ਅੱਗੇ ਸਰਵਾਈਵ ਕਰਦੀਆਂ ਨੇ, ਕਿਉਂਕਿ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ। ਉਹ ਯਾਦ ਰੱਖਣ ਦਾ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਿਆ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਮੂ ਵਾਲੀਆ ਜੀ, ਜਿਸ ਕਿਸਮ ਦੀ ਯਾਦਗਾਰ ਜੋ ਤਜਵੀਜ਼ ਸਾਡੇ ਸਾਹਮਣੇ ਹੈ, ਉਹ ਕਿਸ ਕਿਸਮ ਦਾ ਸਬਕ ਇਤਿਹਾਸ ਵਿੱਚੋਂ ਲੈ ਕੇ ਜੋ ਵੀ ਉੱਥੇ ਆਏਗਾ ਉਹਦੇ ਤੱਕ ਪਹੁੰਚਾਏਗਾ? ਸਰਦਾਰ ਗੁਰਤੇਜ ਸਿੰਘ ਜਦ ਗੱਲ ਕਰ ਰਹੇ ਸਨ, ਆਪਾਂ ਉਦੋਂ ਉੱਥੇ ਪਹੁੰਚੇ ਨਹੀਂ ਸੀ ਜੀ। ਤੁਸੀਂ ਸਵਾਲ ਮੇਰੇ ਤੇ ਕੇਵਲ ਯਾਦਗਾਰ ਤੱਕ ਨਹੀਂ, ਤੁਹਾਡੇ ਕੋਲ ਹੁਣ ਆ ਗਿਆ ਨਾ ਸਵਾਲ, ਜਦੋਂ ਆ ਗਿਆ ਉਦੋਂ ਅਸੀਂ ਉੱਥੇ ਫੈਸਲਾ ਕੀਤਾ। ਮੈਂ ਤਾਂ ਸਿੱਧਾ ਮੈਂਬਰ ਨਹੀਂ ਹਾਂ ਕਮੇਟੀ ਦਾ। ਇੱਕ ਫੈਸਲਾ ਕੀਤਾ ਕਿ ਜਿਵੇਂ ਇੰਡੀਆ ਗੇਟ ਉੱਤੇ ਸੂਚੀ ਬਣੀ ਹੋਈ ਹੈ ਜੀ, ਤੁਸੀਂ ਦੇਖਿਆ ਹੋਣਾ ਨਾ ਜੀ, ਜਿੰਨੇ ਫੌਜੀ ਹੈ ਉਸ ਤਰ੍ਹਾਂ ਉਹਨਾਂ ਦੇ ਨਾਮ ਲਿਖੇ ਜਾਣਗੇ ਜੀ। ਦੂਜਾ, ਜਿਹੜੀ ਸਮੱਗਰੀ ਜੋ ਕੁਛ 9 ਰਿਪੋਰਟਾਂ ਸਰਕਾਰ ਨੇ, ਪਖੰਡ ਸੀ ਬਹੁਤਾ ਲੇਕਿਨ ਚੰਗੀਆਂ ਵੀ ਸੀ, ਜਿਵੇਂ ਵੇਦ ਮਰਵਾ ਦੀ ਰਿਪੋਰਟ ਜਾਂ ਹੋਰ ਰਿਪੋਰਟਾਂ, ਉਹ ਤਾਂ ਸਰਕਾਰ ਦੀ ਰਿਪੋਰਟ ਨਹੀਂ ਹੈਗੀ, ਉਹ ਤਾਂ ਪੀਪਲਜ਼ ਯੂਨੀਅਨ ਫॉर ਡੈਮੋਕ੍ਰੈਟਿਕ ਰਾਈਟਸ ਜਿਨ੍ਹਾਂ ਦੀ ਵੀ ਰਿਪੋਰਟ ਹੈ, ਜਿਨ੍ਹਾਂ ਨੇ ਵੀ ਰਿਪੋਰਟਾਂ, ਬੜੇ ਕਿਸ਼ਵਾਰ ਇਸਤਰੀ ਬਹੁਤ ਵੱਡੀ ਐਕਟਿਵਿਸਟ ਹੈ, ਇਵੇਂ ਕੁਲਦੀਪ ਨਈਅਰ ਹੋਣੀ ਜਾਂ ਹੋਰ ਕੁਛ ਜਿਨ੍ਹਾਂ ਨੇ ਲਿਖਿਆ ਪੜ੍ਹਿਆ, ਇਵੇਂ ਇੱਕ ਜਸਟਿਸ ਸਾਹਿਬ, ਉਹਨਾਂ ਦੀਆਂ ਰਿਪੋਰਟਾਂ ਆਈਆਂ। ਉਹ ਸਾਰੀਆਂ ਰਿਪੋਰਟਾਂ ਪਿੱਛੇ ਇੱਕ ਕਮਰਾ ਰੱਖਿਆ ਗਿਆ ਸੀ ਵੀ ਇਹ ਇੱਕ ਯਾਦਗਾਰ ਹੈ। ਇਹ ਸਾਰਾ ਕੁਝ ਜਿਵੇਂ ਇੰਡੀਆ ਗੇਟ ਉੱਤੇ ਯਾਦਗਾਰ ਹੈ, ਉੱਥੇ ਵੀ ਕੋਈ ਸਮੱਗਰੀ ਨਹੀਂ ਹੈ। ਇਵੇਂ ਸਾਡਾ ਫੈਸਲਾ ਸੀਗਾ, ਮੁਕੱਦਮੇ ਕਿਵੇਂ ਕਿਵੇਂ ਚੱਲੇ, ਕਿਵੇਂ ਪਹਿਲਾਂ ਕਤਲ ਕੀਤੇ, ਫਿਰ ਮੁਕੱਦਮੇ ਤਮਾਮ ਕਿਸਮ ਦੀ ਜਿਹੜੀ ਜਾਣਕਾਰੀ ਆ ਉੱਥੇ ਦਰਜ ਕੀਤੀ, ਫਿਰ FIR ਦਰਜ ਨਹੀਂ ਕੀਤੀਆਂ, ਫਿਰ ਯਾਦਗਾਰ ਜਿਹੜੀ ਉਹਨਾਂ ਸ਼ਹੀਦਾਂ ਨਾਲ ਜਿਵੇਂ ਮਿੱਥ ਕੇ ਇੱਕ ਇੱਕ ਪੁਆਇੰਟ ਤੇ ਜ਼ੁਲਮ ਕੀਤਾ, ਕਤਲ, ਫਿਰ ਮੁਕੱਦਮੇ ਦਰਜ ਨਹੀਂ, ਫਿਰ FIR ਦਰਜ ਤੇ ਚਲਾਨ ਪੇਸ਼ ਨਹੀਂ, 18 ਸਾਲ 20 ਸਾਲ। ਸੋ ਇਹ ਸਾਰੀ ਰਾਮੂ ਵਾਲੀਆ ਜੀ, ਜਦੋਂ ਆਪਾਂ ਅਗਲੀ ਪੀੜ੍ਹੀ ਨਾਲ ਉਸ ਯਾਦਗਾਰ ਰਾਹੀਂ ਗੱਲ ਕਰਾਂਗੇ, ਆਪਣੀ ਅਗਲੀ ਪੀੜ੍ਹੀ ਨੂੰ ਮੂੰਹ ਦਿਖਾਵਾਂਗੇ ਉਸ ਯਾਦਗਾਰ ਰਾਹੀਂ, ਤੇ ਸਬਕ ਦੇ ਤੌਰ ਦੇ ਉੱਤੇ ਅਸੀਂ ਕੀ ਛੱਡ ਰਹੇ ਹਾਂ ਉੱਥੇ? ਮੈਂ ਸਮਝਦਾ ਵੀ ਰਾਜਨੀਤੀ ਦੀ, ਜੋ ਮੈਂ ਅਕਾਲੀ ਦਲ ਦਾ ਜਦੋਂ ਮੈਂ ਅੰਮ੍ਰਿਤਸਰ ਇੰਚਾਰਜ ਸੀਗਾ ਉਹਦਾ ਮੋਰਚੇ ਦੇ ਵਿੱਚ ਸਾਰੇ ਪ੍ਰਚਾਰ ਦਾ, ਮੈਂ ਹੁਣ ਵੀ ਕਹਿੰਦਾ, ਅੱਜ ਤੱਕ ਮੇਰੇ ਤੇ, ਮੈਂ ਅੰਦਰ ਵੀ ਸੀ ਦਰਬਾਰ ਸਾਹਿਬ 'ਚ, ਅੱਜ ਦੇ ਦਿਨ ਮੈਂ ਉੱਥੇ ਅੰਦਰ ਸੀ, 7 ਤਰੀਕ ਨੂੰ ਆਏ ਸਵੇਰੇ, ਮੈਂ ਮਹਿਸੂਸ ਕਰਦਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ, ਇਮਾਨਦਾਰੀ ਨਾਲ ਕਹਿੰਦਾ, ਮੈਂ ਜ਼ੁਲਮ ਲਾਂਛਨ ਨਹੀਂ ਲਾਉਂਦਾ, ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣਾ ਇੱਕ ਨਾਅਰਾ ਕੁਆਇਨ ਕਰਨਾ ਸੀ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਬਰਬਾਦ ਕਰ ਦਿੱਤੀ ਸਿੱਖਾਂ ਨੇ ਤੇ ਦਰਬਾਰ ਸਾਹਿਬ 'ਚ ਬੈਠੇ ਲੋਕਾਂ ਨੇ, ਤੇ ਮੈਂ ਉਹਦੀ ਰਾਖੀ ਕੀਤੀ ਹੈ। ਇਹਦੇ ਉਦਾਲੇ ਘੁੰਮਦੀ ਸੀ ਸਾਰੀ ਇਹ ਕਹਾਣੀ। ਇਸ ਕਰਕੇ ਉਦੋਂ ਮਗਰੋਂ ਜ਼ਹਿਰ ਹੀ ਇੰਨੀ ਫੈਲ ਗਈ ਕਿ ਜਦੋਂ ਗੌਡਸੇ ਨੇ ਕਤਲ ਕੀਤਾ ਮਹਾਤਮਾ ਗਾਂਧੀ ਨੂੰ, ਕੋਈ ਹਿੰਦੂ ਨਹੀਂ ਮਾਰਿਆ ਜੀ। ਰਾਮੂ ਵਾਲੀਆ ਜੀ, ਮੈਂ ਫਿਰ ਮੁੜ ਕੇ ਆਪਣੇ ਬੁਨਿਆਦੀ ਸਵਾਲ ਤੇ ਆਉਣਾ ਕਿ ਜਦੋਂ ਇਹ ਯਾਦਗਾਰ ਬਣੇਗੀ, ਕੀ ਉੱਥੇ ਇਹ ਦਰਜ ਕੀਤਾ ਜਾਏਗਾ ਕਿ ਏਕਤਾ ਤੇ ਅਖੰਡਤਾ ਦੇ ਨਾਂ ਦੇ ਉੱਤੇ ਇੰਨੇ ਬੰਦਿਆਂ ਦੀ ਬਰੀ ਲਈ ਗਈ ਇਸ ਪਾਰਟੀ ਨੇ, ਇਸ ਸਰਕਾਰ ਨੇ? ਅਸੀਂ 2 ਗੱਲਾਂ ਤੇ ਕੌਸ਼ਸ ਹਾਂ ਜੀ। ਇੱਕ ਤਾਂ ਇਹਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ ਜੀ, ਤੇ ਦੂਜਾ ਇਹ ਕਿਸੇ ਧਰਮ ਵਿਰੋਧੀ ਨਾ ਹੋਵੇ, ਕਿਸੇ ਧਰਮ ਵਿਰੋਧੀ, ਹਿੰਦੂ ਜਾਂ ਮੁਸਲਮਾਨ ਵੀਰ ਜਾਂ ਕਿਸੇ ਦੇ ਵਿਰੋਧੀ ਨਹੀਂ। ਤੇ ਬਾਕੀ ਸਾਰਾ ਜੋ ਤੁਸੀਂ ਸੰਦੇਸ਼ ਮੈਨੂੰ ਪੁੱਛਿਆ, ਇਹੀ ਸੰਦੇਸ਼ ਹੈ ਵੀ ਇੱਕ ਸ਼ਾਂਤਮਈ ਆਪਣੇ ਚੰਗੇ ਦਿਨ ਜਿਉਂਦੀ ਤੇ ਦੇਸ਼ ਦੀ ਦੇਸ਼ ਭਗਤੀ ਵਿੱਚ ਜਿਹੜੀ ਸਿਰਮੌਰ ਕਮਿਊਨਿਟੀ ਸਿੱਖਾਂ ਦੀ, ਉਹਨੂੰ ਕਿਵੇਂ ਸਾਇਆ ਗਿਆ। ਇੱਕ ਸਵਾਲ ਮੈਂ ਤੁਹਾਡੇ ਕੋਲ ਮੁੜ ਕੇ ਵਾਪਸ ਲੈ ਕੇ ਆਉਣਾ, ਪਰ ਪਹਿਲਾਂ ਮੈਂ ਗੁਰਤੇਜ ਜੀ ਉਹਨਾਂ ਨੂੰ ਕਹਾਂਗਾ, ਗੁਰਤੇਜ ਜੀ, ਇਹਨਾਂ ਦੀ ਦਲੀਲ ਦੇ ਵਿੱਚ ਕਿਤੇ ਕੁਝ ਦਿਖਦਾ ਗੜਬੜ? ਕਾਫੀ ਗੜਬੜ ਦਿਸਦੀ ਹੈ। ਪਹਿਲੀ ਗੱਲ ਤਾਂ ਇਹ ਕਿ ਜੇ ਇਸ ਤਰ੍ਹਾਂ ਦੀ ਯਾਦਗਾਰ ਇਹਨਾਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਿਹੜੀ ਹੁਣੇ ਬਣਾਈ ਹੁੰਦੀ ਤਾਂ ਅਸੀਂ ਯਕੀਨ ਕਰਦੇ ਵੀ ਇਹ ਇਸ ਤਰ੍ਹਾਂ ਦੀ ਬਣਾਉਣ ਚੱਲੇ ਨੇ। ਮੇਰਾ ਖਿਆਲ ਹੈ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ। ਰਾਮੂ ਵਾਲੀਆ ਸਾਹਿਬ ਦੇ ਆਪਣੇ ਵਿਚਾਰ ਹੋ ਸਕਦੇ ਹੈ, ਲੇਕਿਨ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ ਜੀ। ਦੂਸਰੀ ਗੱਲ ਜਿਹੜੀ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ
ਜੇ ਇਹਨਾਂ ਲੋਕਾਂ ਦੀ ਯਾਦਗਾਰ ਬਣਾਉਣੀ ਹੈ ਤਾਂ ਬਹੁਤ ਵੱਡੀ ਸਾਰੀ ਕੋਈ ਇੰਨੇ ਸਾਰੇ ਗੁਰਦੁਆਰੇ ਹਨ ਕਿ ਕੋਈ ਜ਼ਰੂਰੀ ਨਹੀਂ ਵੀ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਵੀ ਬਣਾਉਣੀ ਹੈ, ਗਵਰਨਮੈਂਟ ਕੋਲੋਂ ਜਗ੍ਹਾ ਲੈ ਕੇ ਬਣਾਉਣੀ ਹੈ ਜੀ। ਆਪਣੇ ਬਹੁਤ ਗੁਰਦੁਆਰੇ ਹਨ ਕਿ ਜਿਹੜੇ ਹਿਸਟੋਰੀਕਲ ਹੈ ਨਹੀਂ, ਉੱਥੇ ਕਿਸੇ ਵੱਡੇ ਗੁਰਦੁਆਰੇ ਦੇ ਵਿੱਚ ਜਗ੍ਹਾ ਅੱਛੀ ਦੇਖ ਕੇ ਔਰ ਪੂਰਾ ਮਿਊਜ਼ੀਅਮ ਬਣਾਇਆ ਜਾਵੇ ਜੀ। ਤੀਸਰੀ ਗੱਲ ਜਿਹੜੀ ਮੈਂ ਇਸ ਦੇ ਬਾਰੇ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਰਕਾਬਗੰਜ ਸਾਹਿਬ ਇੱਕ ਬਹੁਤ ਪਾਕ ਪਵਿੱਤਰ ਜਗ੍ਹਾ ਹੈ ਜੀ। ਉੱਥੇ ਇੱਕ ਅਜ਼ੀਮ ਕਿਸਮ ਦੀ ਸ਼ਹੀਦੀ ਹੋਈ ਹੈ ਜਿਹੜੀ ਸੰਸਾਰ ਦੇ ਵਿੱਚ ਕਦੇ ਨਹੀਂ ਹੋਈ ਜੀ। ਉਸ ਦੇ ਕੋਲੋਂ ਧਿਆਨ ਡਾਇਵਰਟ ਕਰਨਾ ਇਹ ਕਿਸੇ ਵੀ ਸਿੱਖ ਨੂੰ, ਸ਼ਾਇਦ ਉਹ ਜਿਨ੍ਹਾਂ ਦੀ ਯਾਦਗਾਰ ਬਣਾ ਰਹੇ ਉਹਨਾਂ ਨੂੰ ਵੀ ਚੰਗਾ ਨਾ ਲੱਗੇ ਜੀ। ਤਾਂ ਇਹ ਬਹੁਤਾ ਕੋਈ ਤਰਕ ਸੰਗਤ ਨਹੀਂ ਲੱਗਦਾ ਕਿ ਉੱਥੇ ਬਣਾਉਣੀ ਚਾਹੀਦੀ ਹੈ ਜੀ। ਅੱਛਾ, ਫਿਰ ਜਿਹੜੀ ਇੱਥੇ ਯਾਦਗਾਰ ਬਣਾਈ ਹੈ ਉਹਦੇ ਉੱਤੇ ਜਿਹੜੇ ਲੀਡਰਾਂ ਦੇ ਨਾਂ ਲਿਖੇ ਹੋਏ ਆ ਉਹ ਵੀ ਕਹਿੰਦੇ ਨੇ ਰਾਮੂਵਾਲੀ ਦੀ ਪਾਰਟੀ ਵਾਲੇ ਵੀ ਇਹ ਵੀ ਮਿਟਾ ਦਿਓ ਜੀ, ਤੇ ਉੱਥੇ ਕਹਿੰਦੇ ਸਾਰਿਆਂ ਦੇ ਨਾਂ ਲਿਖਣੇ ਆ। ਕਹਾਣੀਆਂ ਕੋਈ ਸਮਝ ਆਉਣੀ ਨਹੀਂ। ਰਾਮੂਵਾਲੀਆ ਜੀ, ਇਹ ਜਿਹੜੇ ਸਵਾਲ ਨੇ ਮੈਂ ਇਹਨਾਂ ਦੇ ਨਹੀਂ ਤੁਹਾਤੋਂ ਜਵਾਬ ਪੁੱਛਾਂਗਾ, ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ। ਜਦੋਂ ਤੁਸੀਂ ਇਹ ਕਿਹਾ ਕਿ ਵੀ ਹਿੰਦੁਸਤਾਨ ਦੇ ਵਿੱਚ ਇੱਕ ਸ਼ਾਂਤਮਈ ਅਮਨ ਨਾਲ ਰਹਿੰਦੀ ਜਿਹੜੀ ਕੌਮ ਹੈ, ਸਿੱਖ ਕਮਿਊਨਿਟੀ ਹੈ, ਉਹਦੇ ਨਾਲ ਇਦਾਂ ਦੀ ਵਧੀਕੀ ਹੋਈ ਹੈ ਤੇ ਅਸੀਂ ਉਹਦੀ ਇੱਕ ਯਾਦਗਾਰ ਉਸਾਰਨੀ ਹੈ, ਕੀ ਉਹ ਯਾਦਗਾਰ ਜੇ ਇਸੇ ਘੇਰੇ ਦੇ ਵਿੱਚ ਉਸਾਰਨੀ ਹੈ ਜੀ ਤੁਸੀਂ ਕਹਿ ਰਹੇ ਹੋ, ਹਿੰਦੁਸਤਾਨ ਦੇ ਵਿੱਚ ਜਾਂ ਪੂਰੇ ਦੱਖਣੀ ਏਸ਼ੀਆ ਦੇ ਵਿੱਚ ਫਿਰਕੂ ਫਸਾਦਾਂ ਦੇ ਵਿੱਚ ਮਾਰੇ ਗਏ ਚਾਹੇ ਕੋਈ ਵੀ ਬੰਦੇ ਹੋਣ, ਉਹਨਾਂ ਦੀ ਸਾਂਝੀ ਯਾਦਗਾਰ ਕਿਉਂ ਨਹੀਂ ਉਸਾਰੀ ਜਾ ਸਕਦੀ? ਖਾਸ ਤੌਰ ਦੇ ਉੱਤੇ ਉਹ ਕੌਮ ਜਿਹੜੀ ਸਵੇਰੇ ਸਵੇਰੇ ਅਰਦਾਸ ਕਰਦੀ ਹੈ ਜਾਂ ਕਿਸੇ ਵੇਲੇ ਵੀ ਜਦੋਂ ਅਰਦਾਸ ਕਰਦੀ ਹੈ ਕਹਿੰਦੀ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਹੈ, ਤੇ ਇਹ ਵੀ ਸਰਬੱਤ ਦੇ ਭਲੇ ਦੇ ਨਾਲ ਜੋੜ ਕੇ ਸਾਰਿਆਂ ਦੀ ਸਾਂਝੀ ਕਿਉਂ ਨਹੀਂ ਇੱਕ ਪਹਿਲ ਕਦਮੀ ਸਿੱਖਾਂ ਪਹਿਲੀ ਗੱਲ ਤਾਂ ਇਹ ਵੀ ਕਿਸੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਸਵਾਲ ਨਹੀਂ ਕੀਤਾ ਜਾਂ ਕੋਈ ਹੋਰ ਪੇਸ਼ਕਸ਼ ਲੈ ਕੇ ਨਹੀਂ ਆਇਆ ਵੀ ਆਓ ਆਪਾਂ ਦੱਖਣੀ ਏਸ਼ੀਆ, ਪੱਛਮੀ ਏਸ਼ੀਆ ਜਾਂ ਸਾਰੇ ਭਾਰਤ ਵਿੱਚ ਫਿਰਕੂ ਫਸਾਦਾਂ ਦੀ ਕੋਈ ਯਾਦਗਾਰ ਬਣਾਈਏ। ਦੂਜਾ ਨਹੀਂ, ਜੇ ਤਸਵੀਰ ਇੱਥੋਂ ਪੇਸ਼ ਹੋਈ ਇਸੇ ਮੰਚ ਤੋਂ ਪਹਿਲਾਂ ਮੈਨੂੰ ਮਕਾਉਣ ਦਿਓ। ਦੂਜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਇੱਕ ਬੰਦੇ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਇੱਕ ਬੰਦੇ ਨੇ ਇਹ ਨਹੀਂ ਕਿਹਾ ਵੀ ਇਹ ਉੱਥੇ ਫਿਰਕੂ ਫਸਾਦ ਹੋਏ ਹੈ। ਜੇ ਤੁਸੀਂ ਆਪਾਂ ਨਹੀਂ, ਉਹ ਤਾਂ ਕਤਲੇਆਮ ਕਹਿੰਦੇ ਆ, ਫਿਰਕੂ ਫਸਾਦ ਬਿਲਕੁਲ ਨਹੀਂ ਸੀ। ਇੱਕ ਰਾਜਨੀਤਿਕ ਪਾਰਟੀ ਦੇ ਲੀਡਰਾਂ ਵੱਲੋਂ ਬਾਕਾਇਦਾ ਤਿਆਰੀ ਕਰਕੇ ਸਰਕਾਰ ਤੇ ਪੁਲਿਸ ਦੀ ਵਰਤੋਂ ਕਰਕੇ ਇੱਕ ਧਰਮ ਦੇ ਲੋਕਾਂ ਦਾ ਬੇਰਹਿਮੀ ਨਾਲ। ਪਰ ਇਸੇ ਤੱਥ ਦਾ ਸਵਾਲ ਜਦੋਂ ਮੈਂ ਤੁਹਾਨੂੰ ਪੁੱਛਦਾ ਤੁਸੀਂ ਕਹਿੰਦੇ ਹੋ ਸਿਆਸੀ ਹੈ। ਦੂਸਰੇ ਧਰਮ ਦੇ ਲੋਕਾਂ ਨੂੰ ਵਰਤਿਆ ਗਿਆ, ਉਹਨਾਂ ਦੇ ਬਾਰੇ ਕੀ ਜ਼ਿਕਰ ਹੋਏਗਾ? ਮੈਂ ਤੁਹਾਨੂੰ ਕਿਹਾ ਹੁਣ ਉਹਦੇ ਵਿੱਚ ਇੱਕ ਧਰਮ ਦੇ ਲੋਕਾਂ ਨੂੰ ਵਰਤਿਆ ਗਿਆ, ਇੱਕ ਧਰਮ ਦੇ ਲੋਕ ਕਿਤੇ ਵੀ ਇਹ ਯਾਦਗਾਰ ਇੱਕ ਵੀ ਹਿੰਦੂ ਨੇ, ਅੱਜ ਨੂੰ 1 ਮਹੀਨਾ ਹੋ ਗਿਆ ਬਹਿਸ ਹੁੰਦੀ ਨੂੰ, ਇੱਕ ਵੀ ਹਿੰਦੂ ਜਥੇਬੰਦੀ ਨੇ ਸਾਰੇ ਦੇਸ਼ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਯਾਦਗਾਰ ਉੱਤੇ ਕਿੰਤੂ ਨਹੀਂ ਕੀਤਾ। ਸਿਰਫ ਸਿੱਖ ਜਿਵੇਂ ਆਪਾਂ ਬੈਠੇ ਆ ਆਪੋ ਆਪਣੀਆਂ ਬਾਰੀਕੀਆਂ ਹੌਲੀ ਹੌਲੀ ਕਰੀ ਜਾਂਦੇ। ਤੁਹਾਨੂੰ ਕੀ ਲੱਗਦਾ ਕਿ ਵੀ ਸਿੱਖਾਂ ਨੂੰ ਇਤਰਾਜ਼ ਕਰਨ ਦਾ ਕੋਈ ਹੱਕ ਹੀ ਨਹੀਂ? ਪੂਰਾ ਹੱਕ ਹੈ। ਪਹਿਲੀ ਗੱਲ ਮੈਂ ਹੱਕ ਨਹੀਂ ਇਤਰਾਜ਼ ਕਰਨਗੇ, ਉਹਨਾਂ ਦੀ ਸਰਕਾਰ ਬੋਲ ਰਹੀ ਹੈ, ਉਹ ਕਹਿੰਦੇ ਨਹੀਂ ਬਣਨ ਦੇਣੀ ਜੀ, ਉਹਨਾਂ ਨੂੰ ਲੋੜ ਨਹੀਂ ਬੋਲਣ ਦੀ ਜੀ। ਜਿਹੜੇ ਉਹਨਾਂ ਦੇ ਬੁਲਾਰੇ ਹਨਗੇ ਬੋਲ ਰਹੇ ਨੇ, ਸਿੱਖਾਂ ਦਾ ਕੋਈ ਬੁਲਾਰਾ ਹੈ ਨਹੀਂ। ਇੱਕ ਸਵਾਲ ਮੈਂ ਇੰਦਰਪ੍ਰੀਤ ਜੀ ਤੋਂ ਪੁੱਛਣਾ। ਇੰਦਰਪ੍ਰੀਤ ਜੀ, ਜਿਹੜਾ ਤੁਸੀਂ ਕਿਹਾ ਸੀਗਾ ਕਿ ਵੀ ਜਿੰਨੀ ਦੇਰ ਤੱਕ ਪੀੜਤਾਂ ਦੀ ਰਾਹਤ ਦਾ ਕੋਈ ਉਹਦੇ 'ਚ ਸਬੱਬ ਨਹੀਂ ਬਣਦਾ ਉਨੀ ਦੇਰ ਤੱਕ ਉਹ ਬੇਮਾਇਨੇ ਹੈ। ਦੇਖੋ, ਯਾਦਗਾਰ ਦੇ ਦੋ ਪੱਖ ਨੇ। ਇੱਕ ਤਾਂ ਉਹਦਾ ਫੌਰੀ ਪੱਖ ਹੈ ਜਿਹਦੇ ਵਿੱਚ ਤੁਸੀਂ ਰਾਹਤ ਦੀ ਗੱਲ ਕਰ ਰਹੇ ਹੋ, ਰਾਮੂਵਾਲੀਆ ਜੀ ਜਾਂ ਸਰਨਾ ਜੀ ਜਾਂ ਪ੍ਰਕਾਸ਼ ਸਿੰਘ ਬਾਦਲ ਜੀ ਆਪਣੀ ਸਿਆਸਤ ਦੇਖ ਰਹੇ ਨੇ ਉਹਦੇ ਵਿੱਚੋਂ। ਇੱਕ ਉਹਦਾ ਚਿਰਕਾਲੀ ਪੱਖ ਵੀ ਹੈ। ਤੁਸੀਂ ਚਿਰਕਾਲੀ ਪੱਖ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹ 50 ਸਾਲ ਬਾਅਦ ਵੀ ਰਹੇਗੀ ਯਾਦਗਾਰ, 100 ਸਾਲ ਬਾਅਦ ਵੀ। ਮੈਂ ਤਾਂ ਕਿਹਾ ਹੀ ਇਸ ਕਰਕੇ ਹੈ, ਮੈਂ ਜਿਹੜਾ ਮਤਲਬ ਕਿ ਇੰਸਟੀਟਿਊਸ਼ਨ ਬਣਾਉਣ ਦੀ ਗੱਲ ਕਰ ਰਿਹਾ, ਮੈਂ ਉਹ ਕਿਹਾ ਹੀ ਇਸ ਕਰਕੇ ਹੈ। ਮੈਨੂੰ ਯਾਦ ਹੈ ਜਿਹੜਾ ਮੁਹਾਲੀ ਦੇ ਵਿੱਚ ਨੌਲੇਜ ਸਿਟੀ ਬਣ ਰਿਹਾ ਹੈ, ਮੈਂ ਖੁਦ ਉਹ ਕਵਰ ਕਰਦਾ ਰਿਹਾ। ਉਹ ਇੱਕ ਛੋਟੇ ਜਿਹਾ ਵਾਕਿਆ ਹੈ, ਮੈਂ 1 ਮਿੰਟ 'ਚ ਹੀ ਸੁਣਾ ਦੇਣਾ ਤੁਹਾਨੂੰ ਜੀ। ਇਹ ਸਾਡੇ ਚੀਫ ਸੈਕਟਰੀ KR ਲਖਨਪਾਲ ਜੀ ਫਾਈਲ ਲੈ ਕੇ ਗਏ ਸੀ, ਉੱਥੇ 250 ਕਰੋੜ ਰੁਪਏ ਦਾ ਸਮਾਰਕ ਬਣਾਉਣਾ ਸੀ। ਮੈਨੂੰ ਯਾਦ ਹੈ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਸਮਾਰਕ ਕਈ ਥਾਵਾਂ 'ਤੇ ਬਣਾ ਰਹੇ ਸੀਗੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ, ਇਸ ਤਰ੍ਹਾਂ ਦੇ ਕਈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣੇ ਹੀ ਬਣੇ ਸੀ ਤੇ ਉਹਨਾਂ ਨੇ ਇਹ ਇੱਥੇ ਇਹੀ ਕਹਿ ਕੇ ਇਨਕਾਰ ਕਰਤਾ ਜੀ। ਇਹ ਖੁਦ ਮੈਨੂੰ ਲਖਨਪਾਲ ਸਾਹਿਬ ਨੇ ਸੁਣਾਈ ਹੋਈ ਗੱਲ ਹੈ ਕਿ ਮੇਰੇ ਕੋਲ ਪੱਥਰਾਂ ਤੇ ਲਗਾਉਣ ਲਈ ਪੈਸੇ ਨਹੀਂ ਹੈ, ਤੁਸੀਂ ਇੱਥੇ ਇਹੋ ਜਿਹੇ ਕੋਈ ਇੰਸਟੀਟਿਊਸ਼ਨ ਬਣਾਓ ਜਿਹਦਾ ਆਉਣ ਵਾਲੀਆਂ ਨਸਲਾਂ ਨੂੰ ਫਾਇਦਾ ਹੋਏ ਜੀ। ਹੁਣ ਉੱਥੇ ਨੌਲੇਜ ਸਿਟੀ ਬਣ ਰਿਹਾ ਹੈ, 4 ਵੱਡੇ ਨੈਸ਼ਨਲ ਇੰਸਟੀਚਿਊਟ ਉੱਥੇ ਬਣ ਰਹੇ ਨੇ ਜੀ। ਮੈਨੂੰ ਲੱਗਦਾ ਕਿ ਇਹ ਇਸ ਤੋਂ ਵਧੀਆ ਚੀਜ਼ ਕੀ ਹੋ ਸਕਦੀ ਹੈ ਹੋਰ, ਜੇ ਇਸੇ ਤਰ੍ਹਾਂ ਦਾ ਕੋਈ ਉੱਥੇ ਉਹਨਾਂ ਦੀ ਯਾਦ 'ਚ ਬਣਾ ਦਿਓ। ਮਤਲਬ ਇੱਕ ਇਸ ਕਿਸਮ ਦਾ ਅਦਾਰਾ ਹੋਵੇ ਜਿਹੜਾ ਕਾਰਜਸ਼ੀਲ ਰਹੇ ਲਗਾਤਾਰ। ਹਾਂ, ਉਹ ਮੇਰਾ ਮਤਲਬ ਚਾਹੇ ਹਸਪੀਟਲ ਹੀ ਬਣਾ ਦਿਓ ਉਹਨਾਂ ਦੀ ਜਗ੍ਹਾ ਤੇ ਜੀ, ਉਹਨਾਂ ਨੂੰ ਫਾਇਦਾ ਤਾਂ ਹੋਏ ਕਿਸੇ ਆਉਣ ਵਾਲੀ ਨਸਲਾਂ ਨੂੰ।
ਇੱਥੇ ਤਾਂ ਹੁਣ ਜੇ ਸਮਾਰਕ ਬਣਾ ਵੀ ਦੋਗੇ ਤਾਂ ਉਹਦਾ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਦਾ ਫਾਇਦਾ ਕੀ ਹੋਏਗਾ ਜੀ। ਮੈਂ ਮੈਨੂੰ ਸਿਰਫ ਲੱਗਦਾ ਤੇਰਾ ਕਿ ਸਵਾਲ ਤਮਾਮ ਕਿਸਮ ਦੇ ਸਵਾਲ ਨੇ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਸੀਂ ਆਖਰੀ ਟਿੱਪਣੀ ਕਰ ਲਓ। ਮੇਰਾ ਮਤਲਬ ਤੁਸੀਂ ਇਹਨੂੰ ਐ ਸਮਝਦੇ ਹੋ ਵੀ ਸ਼ਾਇਦ 22 ਫੁੱਟ ਉੱਚੀ ਚੀਜ਼ ਜਿਹੜੀ ਬਣ ਗਈ ਜੀ, ਉਹ ਸ਼ਾਇਦ ਅਰਬਾਂ ਰੁਪਏ ਲੱਗ ਗਏ। ਜੀ। ਇਹ ਸਦਾ ਚੱਲਦਾ ਦੇਖੋ ਰਹਿਣ ਆਪਾਂ ਨਾ ਵਾਲੀ 22 ਫੁੱਟ ਤੇ ਸਵਾਲ ਕੀਤਾ ਤੇ ਨਾ ਅਰਬਾਂ ਰੁਪਈਆਂ ਤੇ ਕੀਤਾ। ਨਹੀਂ ਮੈਂ ਕਹਿ ਰਿਹਾ ਜਿਵੇਂ ਫਿਰ ਸਿਆਸਤ ਹੋ ਗਈ, ਫਿਰ ਮੈਂ ਕੋਈ ਯਾਦ ਮੋਟੀ ਕਰਦਾ ਗੱਲ ਨਾ ਕਹਿਣਾ, ਇਹ ਸਦਾ ਚੱਲਦੀ ਪ੍ਰਕਿਰਿਆ ਹੋਵੇਗੀ ਜੀ। ਆਪਾਂ ਹੁਣ ਵੀ ਜਦੋਂ ਮੀਟਿੰਗ ਕੀਤੀ ਹੈ ਅਸੀਂ ਸ਼ਾਮਿਲ ਨਹੀਂ ਹੋਏ। 8 ਦਿਨ ਪਹਿਲਾਂ ਸਾਰੇ ਦਿੱਲੀ ਦੇ ਬੁੱਧੀਜੀਵੀ ਸਾਡੇ ਕੋਲ ਕਿਹਾ, ਉਹਨਾਂ ਨੇ ਕਿਹਾ ਵੀ ਛੋਟੀ ਜੀ ਯਾਦਗਾਰ ਬਣਾ ਲਓ। ਉਦੋਂ ਬਾਅਦ ਕਈ ਚੀਜ਼ਾਂ ਵਿਦਿਆ ਦੀਆਂ, ਟੈਕਨੀਕਲ ਐਜੂਕੇਸ਼ਨ ਦੀਆਂ, ਗਾਈਡ ਕਰਨ ਦੀਆਂ, ਬੱਚਿਆਂ ਨੂੰ ਸਿੱਖੀ ਪ੍ਰਚਾਰ ਦੀਆਂ, ਹੋਰ ਸਾਰੀਆਂ ਉਹ ਵੱਖਰੀਆਂ ਤੌਰ ਤੇ ਨਾਲ ਚੱਲਦੀਆਂ ਰਹਿਣਗੀਆਂ। ਬਿਲਕੁਲ ਸਪਸ਼ਟ ਹੋ ਗਈ ਹੈ। ਤੁਸੀਂ ਸਾਰੇ ਅੱਜ ਦੀ ਇੱਕ ਗੱਲ ਮੈਂ ਥੋੜੀ ਜਿਹੀ ਛੋਟੀ ਜਿਹੀ ਕਹਿਣੀ ਹੈ। ਹਾਂਜੀ। ਕਿ ਜਿਨ੍ਹਾਂ ਕਾਰਨਾਂ ਕਰਕੇ ਇਹਨਾਂ ਲੋਕਾਂ ਨੂੰ ਮਰਨਾ ਪਿਆ ਜੀ, ਪਹਿਲਾਂ ਤਾਂ ਇਹ ਲੋਕ ਗਰੀਬ ਸਨ ਜੀ, ਇਹ ਲੋਕ ਬੈਕਵਰਡ ਸਨ ਜੀ, ਉਹਨਾਂ ਕਾਰਨਾਂ ਨੂੰ ਰਿਮੂਵ ਕਰਨ ਵਾਸਤੇ ਸਿੱਖੀ ਆਈ ਸੀ ਸੰਸਾਰ ਦੇ ਵਿੱਚ ਜੀ, ਔਰ ਉਸ ਦੇ ਉੱਤੇ ਐਮਫੈਸਿਸ ਕਰਕੇ ਉਸ ਦੇ ਉੱਤੇ ਜ਼ੋਰ ਦੇ ਕੇ ਇਸ ਤਰ੍ਹਾਂ ਦਾ ਜਗ੍ਹਾ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਉਹ ਕਾਰਨ ਯਾਦਗਾਰ ਦੇ ਮਾਇਨੇ ਤਾਂ ਹੀ ਤੇ ਰੋਜ਼-ਰੋਜ਼ ਇਹਨਾਂ ਨੂੰ ਮਰਨਾ ਨਾ ਪਵੇ। ਜੀ, ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ-ਬਹੁਤ ਧੰਨਵਾਦ। ਯਾਦਗਾਰਾਂ ਇਤਿਹਾਸ ਨੂੰ ਯਾਦ ਕਰਨ ਅਤੇ ਸਬਕ ਸਿੱਖਣ ਦਾ ਜ਼ਰੀਆ ਹੁੰਦੀਆਂ ਨੇ। ਇਹਨਾਂ ਰਾਹੀਂ ਇਤਿਹਾਸ ਨੂੰ ਸਿਜਦਾ ਵੀ ਕੀਤਾ ਜਾਂਦਾ ਹੈ ਤੇ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ। ਯਾਦਗਾਰਾਂ ਸਮਕਾਲੀ ਦੌਰ ਦੀ ਸੋਚ ਦੀ ਵੀ ਨੁਮਾਇੰਦਗੀ ਕਰਦੀਆਂ ਨੇ। ਸਿਆਸਤਦਾਨ ਭਾਵੇਂ ਯਾਦਗਾਰਾਂ ਵਿੱਚੋਂ ਫੌਰੀ ਸਿਆਸਤ ਵੇਖਦੇ ਹੋਣ, ਪਰ ਯਾਦਗਾਰਾਂ ਨੇ ਚਿਰਕਾਲੀ ਰਹਿਣਾ ਹੈ। ਜੇ ਫੌਰੀ ਸਿਆਸਤ ਦੇ ਨਾਲ-ਨਾਲ ਕੁਝ ਚਿਰਕਾਲੀ ਪੱਖ ਵੀ ਵਿਚਾਰ ਲਏ ਜਾਣ ਤਾਂ ਅਗਲੀਆਂ ਪੀੜ੍ਹੀਆਂ ਨੂੰ ਮੂੰਹ ਦਿਖਾਉਣਾ ਸੁਖਾਲਾ ਰਹੇਗਾ। ਉਂਝ ਅਗਲੀਆਂ ਪੀੜ੍ਹੀਆਂ ਦੇ ਮੂੰਹ ਲੱਗਣ ਦਾ ਟੀਚਾ ਸਿਆਸਤ ਵਿੱਚ ਹੈ ਕਿੱਥੇ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।